ਕਤਲ ਹੋਣ ਵਾਲਾ ਗੁੱਜਰ ਸੀ ਤੇ ਕਤਲ ਕਰਨ ਵਾਲੇ ਰਾਈ ਸਨ। ਠੀਕ ਹੈ। ਉਹਨਾਂ ਦਾ ਬਾਪ ਕਤਲ ਹੋਇਆ ਸੀ, ਉਹਨਾਂ ਬਾਪ ਦਾ ਬਦਲਾ ਲੈਣਾ ਸੀ ਤੇ ਉਹਨੇ ਜਿਹੜਾ ਡਰਾਈਵਰ ਹੈ ਨਾ ਉਹਦੇ ਨਾਲ ਗੱਲ ਕੀਤੀ ਕਿ ਮੇਰੇ ਕੋਲ 2 ਲੱਖ ਰੁਪਇਆ ਲੈ ਲਿਆ। ਇਹ ਤਕਰੀਬਨ 2001 ਦੀ ਗੱਲ। ਅੱਛਾ। 2 ਲੱਖ ਚ ਉਹਨੇ ਸੌਦਾ ਕਰ ਲਿਆ ਕਿ ਮੈਂ ਆਪਣਾ ਮਾਲਕ ਮਰਵਾਵਾਂਗਾ। ਠੀਕ ਹੈ। ਉਹ ਜਦੋਂ ਗਏ ਕਿਲੇ ਸਫ਼ਰ ਤੇ ਸਨ, ਉਹਨੇ ਉਹਨੂੰ ਦੇ ਦਿੱਤਾ ਟਾਈਮ ਕੇ ਫਲਾਣੀ ਜਗ੍ਹਾ। ਜਿਹੜਾ ਗੁਜਰਾਂ ਦਾ ਡਰਾਈਵਰ ਸੀ, ਗੁਜਰਾਂ ਦਾ ਡਰਾਈਵਰ ਸੀ, ਉਹ ਰਾਈ ਨੇ ਖਰੀਦ ਲਿਆ। ਰਾਈ ਨੇ ਖਰੀਦ ਲਿਆ। ਠੀਕ ਹੈ। ਜਦੋਂ ਉੱਥੇ ਟੁਰ ਗਏ ਨਾ ਤੇ ਉਹਨੇ ਫਿਰ ਜਦੋਂ ਵਕੂਆ ਕੀਤਾ ਨਾ, ਵਕੂਆ ਡਰਾਈਵਰ ਨੇ ਆਪ ਕੀਤਾ ਨਾ ਉਸ ਨਹਿਰ ਨੇ ਕੀਤਾ। ਉਹਨੇ ਮਾਰ ਛੜੇ। 5 ਬੰਦੇ ਸਨ ਗੱਡੀ 'ਚ, ਪੰਜੇ ਦੇ ਪੰਜੇ ਮਾਰ ਛੜੇ। ਠੀਕ ਹੈ। ਤਾਂ ਮੈਂ ਇੱਕ ਸਵਾਲ ਕੀਤਾ, ਮੈਂ ਕਿਹਾ ਚੋਰ ਸਾਹਿਬ ਤੁਸੀਂ ਉਹ ਜਿਹੜਾ ਬੰਦਾ ਖਰੀਦਿਆ ਸੀ ਉਹਨੂੰ ਕਿਉਂ ਮਾਰਿਆ ਜੇ? ਉਹ ਤੇ ਜ਼ਰਾ ਵਜ੍ਹਾ ਦੱਸ ਛੜੋ, ਤੇ ਤੁਹਾਡਾ ਸਾਥੀ ਸੀ। ਅਸਲਾਮ ਵਾਲੇਕੁਮ ਜੀ ਦੋਸਤੋ, ਮੇਰਾ ਨਾਮ ਮੁਹੰਮਦ ਯੂਨਸ ਤੇ ਤੁਸੀਂ ਵੇਖਦੇ ਹੋ ਤੇ ਵਾਈਜੀ ਟੀਵੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਾਸਤੇ ਕੋਈ ਨਾ ਕੋਈ ਨਵੀਂ ਵੀਡੀਓ ਲੈ ਕੇ ਆਉਂਦੇ ਆ, ਨਸੀਹਤ ਅਮੋਜ਼ ਲੈ ਕੇ ਆਉਂਦੇ ਆ, ਤਾਂ ਲੈ ਕੇ ਆਉਂਦੇ ਆ ਕਿ ਤੁਸੀਂ ਕਿਸੇ ਨਾ ਕਿਸੇ ਤੌਰ ਦੇ ਉੱਤੇ ਸਾਡੀ ਕੋਈ ਵੀਡੀਓ ਤੁਹਾਡੇ ਕੰਮ ਆ ਜਾਵੇ, ਜਾਂ ਫਿਰ ਬੰਦਾ ਜਿਹੜਾ ਵੀ ਜਰਾਇਮ ਕਰਦਾ ਹੈ, ਕ੍ਰਾਈਮ ਕਰਦਾ ਹੈ, ਉਹ ਕਿਤੇ ਬਾਜ਼ ਆ ਜਾਵੇ, ਚਲੋ ਕਿਤੇ ਸਾਡਾ ਵੀ ਇਸ ਨੇਕੀ ਦੇ ਕੰਮ ਦੇ ਵਿੱਚ ਹਿੱਸਾ ਪੈ ਜਾਵੇ। ਤੇ ਰਾਣਾ ਅਰਸ਼ਾਦ ਸਾਹਿਬ ਅੱਜ ਫਿਰ ਸਾਡੇ ਨਾਲ ਮੌਜੂਦ ਨੇ। ਰਾਣਾ ਸਾਹਿਬ, ਸਾਨੂੰ ਤੇ ਪਹਿਲਾਂ ਇਹ ਦੱਸੋ ਕਿ ਮੈਂ ਅਕਸਰ ਬੜੇ ਕ੍ਰਾਈਮ ਇੰਟਰਵਿਊ ਕੀਤੇ ਨੇ, ਬੜੇ ਕ੍ਰਿਮੀਨਲਸ ਦੇ ਇੰਟਰਵਿਊ ਕੀਤੇ ਨੇ, ਤੇ ਮੈਂ ਤੇ ਵੇਖਿਆ ਵੇ ਕਿ ਬੜੇ ਜਿਨ੍ਹਾਂ ਦੀ ਅੱਛੀ ਹਕਮਤ ਅਮਲੀ ਹੁੰਦੀ ਹੈ ਉਹ ਫਿਰ ਵੀ ਫੜੇ ਜਾਂਦੇ ਨੇ। ਤੇ ਬੜੇ ਉਹ ਲੋਕ ਜਿਨ੍ਹਾਂ ਤੋਂ ਬੰਦਾ ਨਾਜ਼ਰੀਨ ਸੋਚ ਨਹੀਂ ਸਕਦਾ ਕਿ ਆ ਬੰਦਾ ਮੈਨੂੰ ਕਤਲ ਕਰੇਗਾ, ਤੇ ਉਹ ਬੰਦਾ ਕਤਲ ਕਰ ਛੱਡਦਾ ਵੇ। ਤੇ ਫਿਰ ਜ਼ਾਹਰੀ ਗੱਲ, ਜਿਹਨੂੰ ਕਤਲ ਕੀਤਾ ਹੁੰਦਾ, ਜਿਹਦੇ ਤੇ ਉਹਨੂੰ ਇਤਮਾਦ ਹੁੰਦਾ ਵੇ, ਉਹ ਇਤਮਾਦ ਵਾਲਾ ਬੰਦਾ ਤੇ ਮਰ ਗਿਆ। ਹੁਣ ਫਿਰ ਦੂਸਰੇ ਲਵਾਹਿਕੀਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਦੀ ਆਪਸ ਵਿੱਚ ਬੜੀ ਗਹਿਰੀ ਦੋਸਤੀ ਸੀ, ਕਿਤੇ ਕੋਈ ਚਹਿਮ ਕੋਈ ਵੀ ਨਹੀਂ ਸੁਣੀ, ਤੇ ਬੰਦਾ ਕਤਲ ਵੀ ਨਹੀਂ ਹੋ ਸਕਦਾ ਹੈ। ਤੇ ਇਸ ਤਰ੍ਹਾਂ ਦੇ ਕਤਲ ਵੀ ਸਰਜ਼ਦ ਹੋਏ ਨੇ। ਤੇ ਰਾਣਾ ਸਾਹਿਬ ਜਦ ਕਿ ਜੇਲ੍ਹ 'ਚ ਰਹਿ ਕੇ ਆਏ ਨੇ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਕਿ ਰਾਣਾ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਤੇ ਜਿਹੜਾ ਆਮ ਕੈਦੀ ਜਿਹੜਾ ਬੰਦਾ ਜ਼ਿੰਦਗੀ ਗੁਜ਼ਾਰਦਾ ਪਿਆ ਜੇਲ੍ਹ ਦੇ ਵਿੱਚ, ਉਹਦੇ 'ਚ ਫਰਕ ਹੈ। ਕੁਝ ਲੋਕ ਸਿਰਫ ਕੈਦ ਕਰਦੇ ਨੇ ਤੇ ਕੈਦ ਕੱਢ ਕੇ ਵਾਪਸ ਆ ਜਾਂਦੇ ਨੇ, ਲੇਕਿਨ ਰਾਣਾ ਸਾਹਿਬ ਨੇ ਆਪਣੀ ਜ਼ਿੰਦਗੀ ਨੂੰ ਬਦਲਿਆ। ਉਹਦੇ ਵਿੱਚ ਰਾਣਾ ਸਾਹਿਬ ਨੇ ਉੱਥੇ ਸਭ ਕੁਝ ਤਰਤੀਬ ਕੀਤਾ, ਆਪਣੀ ਜਿੰਨੀ ਵੀ ਪਿਛਲੀ ਲਾਈਫ ਗੁਜ਼ਾਰੀ ਸੀ ਉਹਨੂੰ ਚੈੱਕ ਕੀਤਾ, ਆਪਣੀ ਮੌਜੂਦਾ ਜਿਹੜੀ ਲਾਈਫ ਚੱਲਦੀ ਸੀ ਉਹਨੂੰ ਚੈੱਕ ਕੀਤਾ, ਉਹਦੇ ਬਹਾਵ ਦੇ ਉੱਤੇ ਇਹਨਾਂ ਨੇ ਬੜਾ ਕੁਝ ਆਪਣੇ ਨਜ਼ਰੀਏ ਚੇਂਜ ਕੀਤੇ, ਬੜੇ ਅਵਾਮਲ ਸਿੱਖੇ ਤੇ ਬੜਾ ਕੁਝ ਉੱਥੇ ਲੋਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਵੀ ਵੇਖਿਆ ਰਾਣਾ ਸਾਹਿਬ, ਕਿ ਤੁਸੀਂ ਵੇਖਿਆ ਹੋਣਾ ਮੈਂ, ਜਿਹੜੇ ਕੈਦੀ ਹੁੰਦੇ ਨੇ ਉਹ ਕੈਦ ਵਿੱਚ ਰਹਿ ਕੇ ਜੇਲ੍ਹ ਦੇ ਵਿੱਚ ਝੂਠ ਨਹੀਂ ਬੋਲਦੇ ਨਾਜ਼ਰੀਨ। ਇੱਕ ਉਹੀ ਜਗ੍ਹਾ ਹੁੰਦੀ ਜਿੱਥੇ ਉਹਨਾਂ ਸੱਚ ਬੋਲਣਾ ਹੁੰਦਾ, ਪੁਲਿਸ ਨੂੰ ਬੜੀ ਮਿਹਨਤ ਲੱਗਦੀ ਹੈ ਉਹਨਾਂ ਨੂੰ ਸੱਚ ਬੁਲਵਾਉਣ ਤੇ, ਲੇਕਿਨ ਉੱਥੇ ਆਟੋਮੈਟਿਕਲੀ ਉਹ ਸੱਚ ਬੋਲਦੇ ਨੇ। ਜਿੰਨਾ ਸੱਚ ਬੋਲੋਗੇ ਉੱਥੇ ਤੁਹਾਡੀ ਉਨੀ ਜ਼ਿਆਦਾ ਵੈਲਿਊ ਹੋਏਗੀ। ਤੇ ਰਾਣਾ ਸਾਹਿਬ ਮੈਨੂੰ ਦੱਸੋ, ਕਿਆ ਕਤਲ ਛੁਪਦਾ ਵੀ ਹੈ ਵੇ, ਜਾਂ ਫਿਰ ਜਿਹੜੇ ਲੋਕਾਂ ਨੇ ਪ੍ਰੀ ਪਲਾਨ ਕੀਤੇ ਨੇ, ਜਾਂ ਫਿਰ ਜਿਨ੍ਹਾਂ ਨੇ ਕਤਲ ਕੀਤੇ ਨੇ, ਕਿਆ ਉਹ ਕਤਲ ਹੀ ਹੁੰਦੇ ਨੇ? ਇਹ ਮੁਆਸ਼ਰੇ 'ਚ ਨਹੀਂ ਹੁੰਦਾ ਹੈ, ਨਹੀਂ ਹੁੰਦਾ? ਦੱਸੋ ਸਾਡੇ ਨਾਜ਼ਰੀਨ ਨੂੰ ਜ਼ਰਾ। ਯੂਨਸ ਸਾਹਿਬ, ਜਿਹੜੀ ਬਦਮਾਸ਼ ਦੀ ਜ਼ਿੰਦਗੀ ਹੈ ਨਾ, ਉਹ ਜ਼ਿਆਦਾ ਤੋਂ ਜ਼ਿਆਦਾ 2-2.5 ਸਾਲ ਹੈ। ਅੱਛਾ। ਕਿਸਮਤ ਨਾਲ ਕੋਈ ਜ਼ਿਆਦਾ ਜੀ ਲੇ, ਉਹਦੇ ਅੰਦਰ ਕੁਝ ਨਾ ਕੁਝ ਨੇਕੀਆਂ ਜ਼ਿਆਦਾ ਹੋਣਗੀਆਂ, ਉਹਦਾ ਸੋਚ ਕੋਈ ਥੋੜੀ ਜਿਹੀ ਬਿਹਤਰ ਹੋਏਗੀ ਤਾਂ ਜ਼ਿਆਦਾ ਅਰਸਾ ਕੱਢ ਜੇ। ਵੈਸੇ ਜਿਹੜਾ ਬੰਦਾ ਰੋਡ ਤੇ ਸਪੀਡ ਨਾਲ ਜ਼ਿਆਦਾ ਚੱਲਦਾ ਨਾ, ਜਿਹੜੀ ਸਪੀਡ ਨਾਲ ਜ਼ਿਆਦਾ ਕ੍ਰਾਈਮ ਕਰਦਾ, ਉਹ 2-2.5 ਸਾਲ ਤੋਂ ਜ਼ਿਆਦਾ ਜ਼ਿੰਦਾ ਰਹਿੰਦਾ ਨਹੀਂ ਦੇਖਿਆ। ਨਹੀਂ ਰਹਿੰਦਾ। ਮਤਲਬ ਜੇਲ੍ਹ 'ਚ ਤੇ ਆਮ ਪਤਾ ਅੱਜ ਫਲਾਣਾ ਕਤਲ ਹੋ ਗਿਆ, ਅੱਜ ਫਲਾਣਾ ਕਤਲ ਹੋ ਗਿਆ। ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ ਜਿਹੜਾ ਬੰਦਾ ਵੀ ਕਿਸੇ ਨਾਲ ਮੁਨਾਫਕਤ ਕਰਦਾ ਨਾ, ਕਦੇ ਬਚਿਆ ਉਹ ਵੀ ਨਹੀਂ। ਜਿਹੜਾ ਕਿਸੇ ਲਈ ਖੂਹ ਕੱਢਦਾ, ਉਹਦੇ ਲਈ ਖਾਤਾ ਨਿਕਲਿਆ ਹੁੰਦਾ। ਇੱਕ ਵਾਕਿਆ, ਮਤਲਬ ਮੈਂ ਨਾਂ ਨਹੀਂ ਕਿਸੇ ਦਾ ਲੈਣਾ ਕਿਉਂਕਿ ਮੇਰਾ ਉਹਨਾਂ ਨਾਲ ਤਲਕ ਹੈ। ਠੀਕ ਹੈ। ਸਾਡੇ ਇੱਕ ਦੋਸਤ ਨੇ ਸ਼ੱਕਰਗੜ੍ਹ ਤੋਂ ਨਾ, ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕੀਤੀ। ਮਤਲਬ ਮੇਰੇ ਜ਼ਿਹਨ 'ਚ ਨਾ ਉਹ ਗੱਲ ਘਰ ਗਈ ਕਿ ਯਾਰ ਇਹਨੇ ਜਿਹੜੀ ਗੱਲ ਕੀਤੀ ਹੈ, ਆ ਜਿਹੜੇ ਦੋਸਤ ਲੋਕਾਂ ਨਾਲ ਧੋਖਾ ਕਰਦੇ ਨਾ, ਸੁਣ ਲਓ। ਆ ਜਿਸ ਤਰ੍ਹਾਂ ਮੀਰ ਬਲਾਜ ਨਾਲ ਧੋਖਾ ਕੀਤਾ ਸ਼ਾਹ ਸਾਹਿਬ ਨੇ, ਸੇਮ ਉਹ ਕਹਾਣੀ ਹੈ। ਸ਼ਾਹ ਸਾਹਿਬ ਤੇ ਆਪ ਉਮਰੇ ਤੇ ਟੁਰ ਗਏ ਸਨ, ਸਿਆਣੇ ਸ਼ਾਹ ਸਾਹਿਬ ਸਨ। ਖੁਦਾ ਦੀ ਕਸਮ ਹੈ, ਮੈਨੂੰ ਉਸ ਬੰਦੇ ਦੀ ਗੱਲ ਅੱਜ ਤੱਕ ਗੁਜਰ ਸਾਹਿਬ ਯਾਦ ਹੈ। ਕਤਲ ਹੋਣ ਵਾਲਾ ਗੁਜਰ ਸੀ ਤੇ ਕਤਲ ਕਰਨ ਵਾਲੇ ਰਾਈ ਸਨ। ਠੀਕ ਹੈ। ਉਹਨਾਂ ਦਾ ਬਾਪ ਕਤਲ ਹੋਇਆ ਸੀ, ਉਹਨਾਂ ਬਾਪ ਦਾ ਬਦਲਾ ਲੈਣਾ ਸੀ, ਤੇ ਉਹਨੇ ਜਿਹੜਾ ਡਰਾਈਵਰ ਹੈ ਨਾ ਉਹਦੇ ਨਾਲ ਗੱਲ ਕੀਤੀ ਕਿ ਮੇਰੇ ਕੋਲ 2 ਲੱਖ ਰੁਪਇਆ ਲੈ ਲਿਆ। ਇਹ ਤਕਰੀਬਨ 2001 ਦੀ ਗੱਲ। ਅੱਛਾ। 2 ਲੱਖ ਚ ਉਹਨੇ ਸੌਦਾ ਕਰ ਲਿਆ ਕਿ ਮੈਂ ਆਪਣਾ ਮਾਲਕ ਮਰਵਾਵਾਂਗਾ। ਠੀਕ ਹੈ। ਉਹ ਜਦੋਂ ਗਏ ਕਿਲੇ ਸਫ਼ਰ ਤੇ ਸਨ, ਉਹਨੇ ਉਹਨੂੰ ਦੇ ਦਿੱਤਾ ਟਾਈਮ ਕੇ ਫਲਾਣੀ ਜਗ੍ਹਾ। ਜਿਹੜਾ ਗੁਜਰਾਂ ਦਾ ਡਰਾਈਵਰ ਸੀ, ਗੁਜਰਾਂ ਦਾ ਡਰਾਈਵਰ ਸੀ, ਉਹ ਰਾਈ ਨੇ ਖਰੀਦ ਲਿਆ। ਰਾਈ ਨੇ ਖਰੀਦ ਲਿਆ। ਠੀਕ ਹੈ। ਜਦੋਂ ਉੱਥੇ ਟੁਰ ਗਏ ਨਾ ਤੇ ਉਹਨੇ ਫਿਰ ਜਦੋਂ ਵਕੂਆ ਕੀਤਾ ਨਾ, ਵਕੂਆ ਡਰਾਈਵਰ ਨੇ ਆਪ ਕੀਤਾ ਨਾ ਉਸ ਨਹਿਰ ਨੇ ਕੀਤਾ। ਉਹਨੇ ਮਾਰ ਛੜੇ। 5 ਬੰਦੇ ਸਨ ਗੱਡੀ 'ਚ, ਪੰਜੇ ਦੇ ਪੰਜੇ ਮਾਰ ਛੜੇ। ਠੀਕ ਹੈ। ਤਾਂ ਮੈਂ ਇੱਕ ਸਵਾਲ ਕੀਤਾ, ਮੈਂ ਕਿਹਾ ਚੋਰ ਸਾਹਿਬ ਤੁਸੀਂ ਉਹ ਜਿਹੜਾ ਬੰਦਾ ਖਰੀਦਿਆ ਸੀ ਉਹਨੂੰ ਕਿਉਂ ਮਾਰਿਆ ਜੇ? ਉਹ ਤੇ ਜ਼ਰਾ ਵਜ੍ਹਾ ਦੱਸ ਛੜੋ, ਤੇ ਤੁਹਾਡਾ ਸਾਥੀ ਸੀ। ਅੱਛਾ। ਉਹਨੇ ਆਖਿਆ ਉਹ ਕੰਜਰ ਦਾ ਪੁੱਤਰ ਜਦੋਂ ਆਪਣੇ ਮਾਲਕ ਦਾ ਸਾਥੀ ਨਹੀਂ ਹੋਇਆ, ਮੇਰਾ ਸਾਥੀ ਕਿਸ ਤਰ੍ਹਾਂ ਹੋ ਸਕਦਾ ਹੈ? ਤੇ ਮੁਨਾਫਿਕ ਕਦੇ ਜ਼ਿੰਦਾ ਨਹੀਂ ਛੱਡੀਦੇ। ਖੁਦਾ ਦੀ ਕਸਮ, ਮੇਰੇ ਜ਼ਿਹਨ 'ਚ ਆਇਆ ਕਿ ਯਾਰ ਜਿਹੜੇ ਲੋਕ ਆਪਣੇ ਮਾਲਕਾਂ ਨੂੰ ਮਰਵਾ ਛੱਡਦੇ ਹੋ ਨਾ, ਥੋੜੇ ਪੈਸਿਆਂ ਦੀ ਲਾਲਚ, ਉਹ ਤੁਹਾਨੂੰ ਕੁੱਤਾ ਸਮਝਦਾ ਹੁੰਦਾ। ਬੰਦਾ ਜਿਹੜਾ ਤੁਹਾਡੇ ਮਾਲਕ ਨੂੰ ਕਤਲ ਕਰਦਾ, ਤੁਹਾਨੂੰ ਕੁੱਤਾ ਸਮਝਦਾ ਕਿ ਕੁੱਤਾ ਸੀ, ਕੁੱਤਾ ਵੀ ਨਾਲ ਹੀ ਮਰੇਗਾ। ਆਪਣੀ ਜ਼ਿੰਦਗੀ ਨੂੰ ਅਜੀਰਨ ਨਾ ਬਣਾਓ। ਜਿਹੜੇ ਦੋਸਤ ਤੁਹਾਡੇ ਤੇ ਇਤਮਾਦ ਕਰਦੇ ਨੇ, ਉਹਨਾਂ ਨੂੰ ਸਾਰੀ ਜ਼ਿੰਦਗੀ ਕੋਸ਼ਿਸ਼ ਕਰੋ ਸੂਈ ਦਾ ਨੱਕਾ ਵੀ ਨਾ ਚੁਭੇ, ਤਾਂ ਤੁਸੀਂ ਦੋਸਤੀ ਦੇ ਕਾਬਲ ਹੋ। ਸੱਪ ਵੀ ਮਰ ਗਿਆ, ਲਾਠੀ ਵੀ ਨਾ ਟੁੱਟੀ। ਹੈ ਮਤਲਬ ਦੋਸਤ ਦਾ ਲਫ਼ਜ਼ੀ ਮੇਰਾ ਤੁਹਾਨੂੰ ਮੈਂ ਦੱਸ ਦਿਆਂ, ਦੋਸਤ ਆਂਦੇ ਕਿਹਨੂੰ ਨੇ? 2-7 2 ਜੂਸ ਮਿਕਸ ਕੀਤੇ ਜਾਣ ਤੇ ਉਹਨੂੰ 2-7 ਆਂਦੇ ਨੇ।
ਉਹਨੂੰ ਕੋਈ ਦੁਨੀਆ ਦੀ ਤਾਕਤ ਜੁਦਾ ਨਹੀਂ ਕਰ ਸਕਦੀ, ਉਹਨੂੰ ਦੋਸਤ ਆਂਦੇ ਨੇ। ਲੇਕਿਨ ਅਕਸਰੀਅਤ ਨਾਲ ਮੈਂ ਵੇਖਿਆ ਕਿ ਦੋਸਤਾਂ ਨੇ ਮੁਖਬਰੀਆਂ ਦੇ ਕੇ ਆਪਣੇ ਮਾਲਕ ਮਰਵਾ ਛੜੇ, ਦੋਸਤ ਮਰਵਾ ਛੜੇ। ਔਰ ਇੱਕ ਟਾਈਮ ਹੁੰਦਾ ਮਾਲਕ ਬਚ ਜਾਂਦੇ ਨੇ, ਕੁੱਤਾ ਮਰ ਗਿਆ ਹੁੰਦਾ। ਜਿਹਨੇ ਪੈਸੇ ਦੀ ਲਏ ਹੁੰਦੇ ਨਾ, ਜਿਹੜਾ ਖਰੀਦਿਆ ਗਿਆ ਹੁੰਦਾ, ਜਿਹੜਾ ਵਫਾਵਾਂ ਚੇਂਜ ਕਰਦਾ, ਉਹ ਮਰ ਜਾਂਦੇ ਨੇ ਤੇ ਮਾਲਕ ਬਚ ਜਾਂਦੇ ਨੇ। ਬੜੇ ਜਿਹੇ ਵਾਕਿਆਤ ਨੇ ਜੇਲ੍ਹ 'ਚ ਮੈਂ ਵੇਖੇ ਨੇ। ਫਿਰ ਉੱਥੇ ਕਿਉਂਕਿ ਹਿਸਟਰੀ ਹੁੰਦੀ ਹੈ ਕਿ ਫਲਾਣੇ ਨੇ ਕੀ ਕੀਤਾ, ਸਾਰੀ ਦਿਹਾੜੀ ਜਰਾਇਮ ਹੀ ਡਿਸਕਸ ਹੁੰਦਾ, ਉੱਥੇ ਹੋਰ ਗੱਲਾਂ ਤੇ ਹੁੰਦੀਆਂ ਕੋਈ ਨਹੀਂ। ਫਿਰ ਆਪਣੀ ਆਪਣੀ ਹਰ ਬੰਦਾ ਗੱਲ ਸੁਣਾਉਂਦਾ ਕਿ ਇਹ ਇੰਜ ਹੋਇਆ ਇੰਜ ਹੋਇਆ, ਔਰ ਉੱਥੇ ਛੋਟੀ ਗੱਲ ਕੋਈ ਨਹੀਂ ਸੁਣਾਉਂਦਾ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਝੂਠ, ਝੂਠ ਤੇ ਬੋਲਦੇ ਨੇ। ਅਸਾਂ ਕਈਆਂ ਨੂੰ ਵੇਖਿਆ, ਉਹਨੇ ਆਖਿਆ ਜੀ ਮੈਂ ਕਾਰਬੀਨ ਨਾਲ ਬ੍ਰੈਸਟ ਮਾਰ ਛੜਿਆ, ਵੱਡੀ ਗੱਲ ਸੁਣਾਣਾ, ਛੋਟੀ ਗੱਲ ਨਹੀਂ ਸੁਣਾਉਂਦਾ। ਇਸ ਵਾਸਤੇ ਕੋਈ ਬੰਦਾ ਉੱਥੇ ਬੇਗਨਾ ਜਿਹੜਾ ਆਪਣੇ ਆਪ ਨੂੰ ਆਂਦਾ ਨਾ, ਉਹ ਸਮਝ ਲਓ ਉੱਥੇ ਅੱਲਾ ਦਾ ਵਲੀ ਹੋਈ। ਜਿਹੜਾ ਆਂਦਾ ਕਿ ਮਤਲਬ ਮੈਂ ਕੀਤਾ ਨਹੀਂ, ਮੇਰੇ ਤੇ ਪੈ ਗਿਆ, ਉਹ ਅੱਲਾ ਦਾ ਵਲੀ ਹੈ। ਉੱਥੇ ਵੱਡੀਆਂ ਗੱਲਾਂ ਸੁਣਾਉਣ ਵਾਲੇ ਬੜੇ ਲੋਕ ਨੇ। ਔਰ ਯੂਨਸ ਸਾਹਿਬ, ਸਾਡੇ ਮਾਸ਼ਰੇ ਸਿਰਫ 2 ਕ੍ਰਿਮੀਨਲ ਲੋਕ ਨੇ, ਸਾਰਾ ਮਾਸ਼ਰਾ ਨਹੀਂ ਕ੍ਰਿਮੀਨਲ। ਅਸੀਂ ਤੇ ਆਪਣੀ ਆਪਣੀ ਮੁਨਾਫਕਤ ਦੀ ਭੀੜ ਚੜ ਕੇ ਛਿੱਤਰ ਪੇ ਖਾਂਦੇ ਆ ਨਾ। ਠੀਕ ਹੈ। ਸਿਰਫ ਕ੍ਰਿਮੀਨਲ 2 ਨੇ, ਇੱਕ ਡਕੇਟ ਨੇ ਤੇ ਇੱਕ ਮਨਸ਼ਿਆਤ ਫਰੋਸ਼ ਨੇ, ਬਾਕੀ ਕ੍ਰਿਮੀਨਲ ਲੋਕ ਨਹੀਂ। ਸਾਡੇ ਅੰਦਰ ਥੋੜੀਆਂ ਕਮੀਆਂ ਕੁਤਾਈਆਂ ਨੇ ਜਿਹੜੀਆਂ ਜਿਹਦੀ ਵਜ੍ਹਾ ਤੋਂ ਅਸੀਂ ਦੁਨੀਆ ਤੇ ਸਜ਼ਾ ਪੇ ਕੱਟਨੇ। ਬਿਲਕੁਲ। ਸਿਰਫ ਇਹਨਾਂ ਦੋਹਾਂ ਬੰਦਿਆਂ ਕੋ ਬਚੋ, ਇਹਨਾਂ ਨੂੰ ਕਿਤੇ ਵੇਖੋ ਨਾ ਤੇ ਕੋਸ਼ਿਸ਼ ਕਰੋ ਕਿ ਮਤਲਬ ਇਹਨਾਂ ਨੂੰ ਰੋਕ ਸਕਦੇ ਹੋ, ਤਰਲੇ ਮਿੰਨਤ ਜਿਸ ਤਰ੍ਹਾਂ ਵੀ ਰੋਕ ਸਕਦੇ ਹੋ, ਜ਼ੁਬਾਨ ਨਾਲ, ਹੱਥ ਨਾਲ ਰੋਕੋ। ਇਸ ਤੋਂ ਇਲਾਵਾ ਜਨਾਬ ਇਨਸ਼ਾਅੱਲਾ ਮਾਸ਼ਰੇ ਤੁਹਾਨੂੰ ਜਰਾਇਮ ਪੇਸ਼ਾ ਨਜ਼ਰ ਨਹੀਂ ਆਉਣਗੇ। ਇੱਕ ਹੋਰ ਹਿੱਸਾ ਹੁੰਦਾ ਹੈ ਰਾਣਾ ਸਾਹਿਬ ਮੁਆਸ਼ਰੇ ਦੇ ਵਿੱਚ, ਇੱਕ ਬੜਾ ਹਿਡਨ ਤੇ ਛੁਪਿਆ ਹੋਇਆ ਪਹਿਲੂ ਹੁੰਦਾ ਹੈ ਜੀ, ਜਿਹਨੂੰ ਮੁਨਾਫਾ ਕਹਿੰਦੇ ਨੇ। ਹਾਂਜੀ, ਉਹਦਾ ਵੀ ਤੇ ਰੋਲ ਹੁੰਦਾ ਹੈ ਨਾ, ਕਤਲਾਂ 'ਚ ਵੀ ਤੇ ਸਾਰੇ ਕੰਮਾਂ 'ਚ। ਤੁਹਾਨੂੰ ਮੈਂ ਇਹ ਤੇ ਦੱਸਿਆ ਕਿ ਮੁਨਾਫਕ ਜਿਹੜਾ ਨਾ, ਉਹਦੀ ਨਾ ਦੁਨੀਆ ਤੇ ਕੋਈ ਰਸਾਈ ਹੈ ਨਾ ਆਖਰਤ 'ਚ ਰਸਾਈ ਹੈ। ਕਾਨੂੰਨ ਨੇ ਵੀ ਤੇ ਉਹਦੇ ਫੜਨ ਫੜਾਉਣ ਵਾਸਤੇ ਕੋਈ ਮਾਮਲਾ ਨਹੀਂ ਰੱਖਿਆ। ਨਹੀਂ, ਉਹਦਾ ਗੱਲ ਸੁਣ ਲਓ ਨਾ। ਉਹ ਅਗਲੇ ਦੇਖੋ, ਪੁਲਿਸ ਦੀ ਨਜ਼ਰ 'ਚ ਵੀ ਗੱਲ ਸੁਣ ਲਓ, ਕਦੇ ਜਾਓ ਕਿਸੇ ਸਿਆਣੇ ਪੁਲਿਸ ਅਫਸਰ ਨੂੰ ਪੁੱਛ ਲਿਆ ਜੇ, ਜਿਹੜਾ ਥਾਣੇ ਮੁਖਬਰੀ ਕਰਦਾ ਹੈਗਾ ਉਹਨੂੰ ਕੁੱਤਾ ਸਮਝਦੇ ਹੋਣਗੇ ਕਿ ਕੁੱਤਾ ਆਏ ਹੈ। ਉਹ ਜੇ ਕਿਸੇ ਦਾ ਬਕੂਆ ਕਰਵਾ ਛੱਡ, ਇਹ ਤਾਂ ਯਾਰ ਐਡਾ ਵੱਡਾ ਸਬਕ ਹੈ ਗੁਜਰ ਸਾਹਿਬ। ਇਹ ਮੀਰ ਬਲਾਜ ਵਾਲਾ ਪੂਰੀ ਦੁਨੀਆ ਨੇ ਕੀ ਆਖਿਆ ਸ਼ਾਹਰਾਂ ਨੂੰ, ਲੋਕ ਸ਼ਾਹਾਂ ਦੇ ਪੈਰਾਂ ਤੇ ਤਲੀਆਂ ਤੇ ਰੱਖਦੇ ਨੇ, ਤੇ ਸਾਰੀ ਦੁਨੀਆ ਦੇ ਆਖਿਆ ਉਹ ਕੁੱਤਾ ਸੈਯਦ ਸੀ, ਉਹ ਕੁੱਤਾ ਸ਼ਾਹ ਸੀ, ਉਹ ਸੈਯਦ ਹੈ ਹੀ ਨਹੀਂ ਸੀ। ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਬੁਰਾਈ ਕਰਦੇ ਹੋ ਨਾ ਤੁਹਾਡੀ ਜ਼ਾਤ ਨੂੰ ਵੇਖਿਆ ਜਾਂਦਾ, ਕਿ ਉੱਥੇ ਤੁਹਾਡੀ ਇਨਸਾਨੀਅਤ ਮੁੱਕ ਗਈ ਸੀ। ਉਹਨੇ ਥੋੜੀ ਜਿਹੀ ਮੁਨਾਫਕਤ ਕਰਕੇ ਇੱਕ ਸ਼ੇਰ ਮਰਵਾ ਛੜਿਆ। ਠੀਕ, ਇਸ ਵਾਸਤੇ ਗੁਜਰ ਸਾਹਿਬ ਉਹਨਾਂ ਨੂੰ ਲੋਕ ਅੱਛੇ ਲਫ਼ਜ਼ਾਂ ਨਾਲ ਯਾਦ ਕਰਦੇ। ਇੱਕ ਟਾਈਮ ਹੈ, ਮਤਲਬ ਇੱਕ ਟਾਈਮ ਤੋਂ ਬਾਅਦ ਉਹ ਹੀਰੋ ਤੋਂ ਜ਼ੀਰੋ ਜ਼ਰੂਰ ਹੁੰਦੇ ਨੇ। ਉਹ ਜ਼ੀਰੋ ਹੋਣ ਦਾ ਇੰਤਜ਼ਾਰ ਦੁਨੀਆ ਨੂੰ ਕਰਨਾ ਚਾਹੀਦਾ। ਲੋ ਜੀ, ਰਾਣਾ ਸਾਹਿਬ ਤੋਂ ਲੈਣੇ ਆ ਇਜਾਜ਼ਤ ਤੇ ਵੀਡੀਓ ਕਰਨੇ ਆ ਇਖਤਤਾਮ, ਤੇ ਉਮੀਦ ਕਰਨੇ ਆ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਤੇ ਅੱਜ ਨਾਜ਼ਰੀਨ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਾਵਾਂ ਕਿ ਕਣਕਾਂ ਪੱਕ ਗਈਆਂ ਨੇ ਤੇ ਅਸੀਂ ਆਊਟਡੋਰ ਲੈਣ ਵਾਸਤੇ ਨਾ ਬੜੀ ਦੂਰ ਆਏ ਸਾਂ। ਅਸੀਂ ਆਂਦੇ ਹਾਂ ਕਿ ਚਲੋ ਇੱਕ ਅੱਜ ਜਿਹੜਾ ਨੈਚੁਰਲ ਵਿਊ ਹੈ ਸਾਡਾ, ਉਹ ਵੀ ਤੁਸੀਂ ਵੇਖੋ ਤੇ ਅਸੀਂ ਤੁਹਾਨੂੰ ਵਿਖਾਈਏ। ਤੇ ਸਭ ਤੋਂ ਵੱਡੀ ਗੱਲ ਤੇ ਅਹਿਮ ਚੀਜ਼ ਇਹ ਹੁੰਦੀ ਹੈ ਕਿ ਅਸੀਂ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਮੈਸੇਜ ਦਈਏ। ਤੇ ਮੈਂ ਉਹ ਵੀ ਉਮੀਦ ਕਰਨਾ ਕਿ ਅੱਲਾਹ ਕਰੇ ਕਿ ਤੁਹਾਡੇ ਤੱਕ ਉਹ ਮੈਸੇਜ ਪਹੁੰਚੇ, ਤੇ ਉਹ ਲੋਕ ਜਿਹੜੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਬੜੀ ਕਮਾਲ ਹਿਕਮਤ ਅਮਲੀ ਦੇ ਨਾਲ ਕੁਝ ਕਰਕੇ ਤੇ ਬਚ ਜਾਵਾਂਗੇ, ਤੇ ਅੱਲਾਹ ਜਾਣਦਾ ਜੇ ਤੁਸੀਂ ਕਾਨੂੰਨ ਦੀ ਨਜ਼ਰਾਂ 'ਚ ਬਚ ਜਾਓਗੇ, ਜੇ ਤੁਸੀਂ ਦੁਨੀਆ ਦੀ ਨਜ਼ਰਾਂ 'ਚ ਵੀ ਬਚ ਜਾਓਗੇ, ਤਾਂ ਅੱਲਾਹ ਦੀ ਨਜ਼ਰਾਂ 'ਚ ਤੁਸੀਂ ਨਹੀਂ ਬਚਣਾ। ਇੱਥੇ ਹੀ ਪਕੜ ਹੋਣੀ, ਕਿਸੇ ਨਾ ਕਿਸੇ ਹੋਰ ਮਾਮਲੇ 'ਚ ਪਕੜ ਹੋ ਜਾਏਗੀ। ਅਕਸਰ ਔਕਾਤ ਹੁੰਦਾ ਕਿ ਤੁਸੀਂ ਫੜ ਕੱਟਦੇ ਹੋ, ਲੇਕਿਨ ਕਿਸੇ ਹੋਰ ਮਾਮਲੇ 'ਚ ਫੜ ਕਰਦੇ ਹੋ। ਫਿਰ ਇੱਕ ਲਮਹਾ ਆਉਂਦਾ ਹੈ ਕਿ ਅੱਲਾਹ ਤੁਹਾਡੇ ਦਿਲ ਵਿੱਚ ਪਾਉਂਦਾ ਕਿ ਤੈਨੂੰ ਉਸ ਵਜ੍ਹਾ ਤੋਂ ਫੜਿਆ ਸੀ, ਤੇ ਫਿਰ ਉਸ ਦੇ ਬਾਵਜੂਦ ਅਸੀਂ ਉਹਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਉਮੀਦ ਕਰਨਾ ਕਿ ਤੁਹਾਨੂੰ ਵੀਡੀਓ ਅੱਜ ਦੀ ਚੰਗੀ ਲੱਗੀ ਹੋਏਗੀ। ਅੱਲਾਹ ਹਾਫਿਜ਼।